ਬੈਂਗਲੌਰ ਵਾਟਰ ਸਪਲਾਈ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀ ਇੰਡਸਟਰੀ ਜਿਹੜੀ ਅੰਡਰਟੇਕਿੰਗ ਜਾਂ ਟ੍ਰੇਡ ਹੈ ਉਹ ਟ੍ਰਿਪਲ ਟੈਸਟ ਜਿਹੜਾ ਹੈ ਉਹਨੂੰ ਫੁੱਲਫਿਲ ਕਰ ਰਹੀ ਹੈ ਤਾਂ ਉਹਨੂੰ ਅਸੀਂ ਉਸ ਐਸਟੈਬਲਿਸ਼ਮੈਂਟ ਨੂੰ ਕਾਰਪੋਰੇਸ਼ਨ ਨੂੰ ਅਸੀਂ ਇੰਡਸਟਰੀ ਮੰਨਾਂਗੇ ਰਾਈਟ। ਤੇ ਇਹ ਵਾਲਾ ਕੇਸ ਜ਼ਰੂਰ ਮੈਂਸ਼ਨ ਕਰਨਾ ਬੈਂਗਲੌਰ ਵਾਟਰ ਸਪਲਾਈ ਵਰਸਸ ਏ ਰਜੱਪਾ ਵਾਲਾ ਕੇਸ। ਇਹਦੇ ਚ ਤੁਹਾਨੂੰ ਇਹਦੀ ਜਿਹੜੀ ਲੈਂਥ ਹੈ ਨਾ ਕੁਐਸਚਨ ਦੀ ਤੁਹਾਡੀ ਕੇਸ ਲਾਜ਼ ਨਾਲ ਹੀ ਬਣਨੀ ਹੈ, ਉਸ ਤੋਂ ਬਿਨਾਂ ਤੁਹਾਡੀ ਲੈਂਥ ਨਹੀਂ ਬਣਨੀ ਕੁਐਸਚਨ ਦੀ। ਔਰ ਸਿਲੇਬਸ ਜਿਹੜਾ ਹੈਗਾ ਨਾ ਆਲਮੋਸਟ ਤੁਹਾਡਾ ਇੱਕ ਬੁੱਕ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਮੈਂ ਵੱਖਰੇ ਤੁਹਾਨੂੰ ਨੋਟਸ ਪ੍ਰੋਵਾਈਡ ਕਰਾਂ, ਤੁਸੀਂ ਬੁੱਕ ਵੀ ਪਰਚੇਸ ਕਰ ਲਓਗੇ, ਸਾਰਾ ਸਿਲੇਬਸ ਉਹਦੇ ਵਿੱਚ ਕਵਰ ਹੋ ਜਾਏਗਾ। ਤੁਹਾਡਾ ਹੁਣ ਇਸ ਟਾਈਮ ਤੇ ਲੇਬਰ ਲਾਅ 1 ਹੈ ਇਹ, ਨੈਕਸਟ ਸਮੈਸਟਰ ਤੇ ਮੇਰੇ ਖਿਆਲ ਚ ਤੁਸੀਂ ਲੇਬਰ ਲਾਅ 2 ਵੀ ਪੜੋਗੇ, ਠੀਕ ਹੈ। ਤੇ ਜਿਹੜੇ ਐਕਸ ਹੁਣ ਨਹੀਂ ਪੜ੍ਹੇ ਹੈਗੇ ਨੇ ਉਹਦੇ ਵਿੱਚ ਜਿਹੜੇ ਬਾਕੀ ਦੇ ਹੋਣਗੇ ਐਕਸ ਉਹਦੇ ਚ ਪੜੋਗੇ ਤਾਂ ਬੁੱਕ ਦੇ ਵਿੱਚ ਆਲਮੋਸਟ ਮਿਲ ਜਾਣਗੇ। ਕੋਈ ਇੱਕ ਅੱਧਾ ਐਕਟ ਹੋਏਗਾ ਜਿਹੜਾ ਨਹੀਂ ਮਿਲੇਗਾ ਉਹ ਪ੍ਰੋਵਾਈਡ ਕਰ ਦਿੱਤਾ ਜਾਏਗਾ ਤੁਹਾਨੂੰ, ਠੀਕ ਹੈ ਬੇਟਾ। ਮਤਲਬ ਆਲਮੋਸਟ 90 to 95% ਜਿਹੜਾ ਸਿਲੇਬਸ ਆ ਤੁਹਾਡਾ ਬੁੱਕ ਦੇ ਵਿੱਚ ਹੈ। ਬੁੱਕ ਜਿਹੜੀ ਹੈ ਇਹ ਵਾਲੀ ਐਸ.ਐਨ. ਮਿਸ਼ਰਾ ਦੀ ਇਹ ਤੁਹਾਡਾ ਸਿਲੇਬਸ ਕਵਰ ਕਰ ਰਹੀ ਹੈ। ਇਜ਼ ਇਟ ਕਲੀਅਰ? ਯੈਸ ਮੈਮ। ਹਾਂਜੀ। Now I'll discuss what is industrial dispute. ਆਪਾਂ ਪਹਿਲਾਂ ਕੀਤੀ ਇੰਡਸਟਰੀ, ਹੁਣ ਆਪਾਂ ਕਰਾਂਗੇ ਇੰਡਸਟਰੀਅਲ ਡਿਸਪਿਊਟ ਕਿਹਨੂੰ ਕਵਾਂਗੇ ਅਸੀਂ। This definition it states for a dispute to be considered as an industrial dispute, there must be certain elements. ठीक है? The first is that a dispute is an industrial dispute if it is a dispute between employers and employers or employers and workmen or workmen and workmen। means ਪਹਿਲੇ ਨੰਬਰ ਤੇ ਇੰਡਸਟਰੀਅਲ ਡਿਸਪਿਊਟ ਦੀ ਡੈਫੀਨੇਸ਼ਨ ਦੇ ਰਿਗਾਰਡਿੰਗ ਸੈਕਸ਼ਨ 2 ਇਹ ਕਹਿ ਰਿਹਾ ਕਿ ਉਸ ਡਿਸਪਿਊਟ ਨੂੰ ਇੰਡਸਟਰੀਅਲ ਡਿਸਪਿਊਟ ਮੰਨਿਆ ਜਾਏਗਾ if that dispute or difference is between employer and employer। means ਇੱਕ ਪਾਰਟਿਕੂਲਰ ਇੱਕ ਐਸਟੈਬਲਿਸ਼ਮੈਂਟ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਹੈਗੇ ਨੇ ਡਿਪਾਰਟਮੈਂਟਸ ਵੀ ਹੋ ਸਕਦੇ ਨੇ, ਠੀਕ ਹੈ। ਅਗਰ employer ਦੇ ਵਿੱਚ ਹੈ ਡਿਸਪਿਊਟ, ਦੈਨ ਕਿਸੇ ਅੰਡਰਟੇਕਿੰਗ ਦੇ ਵਿੱਚ ਜਿਹੜੀਆਂ ਡਿਫਰੈਂਟ ਮੈਨੂਫੈਕਚਰਿੰਗ ਯੂਨਿਟ ਅਗਰ ਜੇ ਲੱਗੇ ਹੋਏ ਨੇ ਤੇ ਉਹਨਾਂ ਦੇ employer ਉਹਨਾਂ ਦਾ ਆਪਸ ਚ ਝਗੜਾ ਹੈ, employer ਦਾ ਵਰਕਮੈਨ ਦੇ ਨਾਲ ਝਗੜਾ ਹੈ, ਜਾਂ ਜਿਹੜੇ ਵਰਕਰਸ ਹੈਗੇ ਨੇ ਉਹਨਾਂ ਦਾ ਆਪਸ ਦੇ ਵਿੱਚ ਕੋਈ ਡਿਸਪਿਊਟ ਹੈ, then it will be considered as a industrial dispute, right? Next part it says ਜਿਹੜਾ ਉਹ ਝਗੜਾ ਹੈ, ਜਿਹੜਾ ਡਿਸਪਿਊਟ ਜਾਂ ਡਿਫਰੈਂਸ ਹੈ ਇਹਨਾਂ ਲੋਕਾਂ ਦੇ ਵਿਚਕਾਰ ਆਪਸ ਆਇਆ ਹੈ ਉਹ ਕਾਦੇ ਨਾਲ ਰਿਲੇਟਡ ਹੈ, ਠੀਕ ਹੈ। The first is it can be with regard to the employment and non-employment। ਜਿਹੜਾ ਡਿਸਪਿਊਟ ਹੈ, ਡਿਸਪਿਊਟ ਦਾ ਸਬਜੈਕਟ ਮੈਟਰ ਕੀ ਹੋ ਸਕਦਾ, it can be with regard to employment or non-employment। non-employment means ਕਿ ਕਿਸੇ ਨੂੰ ਸਰਵਿਸਿਜ਼ ਤੇ ਰੱਖਣਾ ਹੈਗਾ, ਉਹਨੂੰ ਉਹਦੀਆਂ ਡਿਸਕ੍ਰਾਈਬਡ ਜਿਹੜੀਆਂ ਦੱਸੀਆਂ ਹੋਈਆਂ ਨੇ ਕੁਆਲੀਫਿਕੇਸ਼ਨਸ ਜਾਂ ਜਿਹੜੀ ਉਹਦੇ ਕੋਲ ਸਕਿੱਲ ਹੋਣੀ ਚਾਹੀਦੀ ਹੈ ਉਹ ਫੁਲਫਿਲ ਇਨਸਾਨ ਕਰ ਰਿਹਾ ਕਿ ਨਹੀਂ ਕਰ ਰਿਹਾ, ਠੀਕ ਹੈ। ਉਹਦੇ ਰਿਗਾਰਡਿੰਗ ਝਗੜਾ ਹੋ ਸਕਦਾ, ਡਿਸਪਿਊਟ ਹੋ ਸਕਦਾ। ਨਾਨ ਇੰਪਲੋਇਮੈਂਟ ਮੀਨਸ ਕਿ ਜਿਹੜੇ ਆਲਰੇਡੀ ਇੰਪਲੋਇਡ ਹੈਗੇ ਨੇ ਵਰਕਰ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਡਿਸਮਿਸਲ ਦੇ ਰਿਗਾਰਡਿੰਗ ਕੋਈ ਡਿਸਪਿਊਟ ਆ ਗਿਆ, ਉਹਨਾਂ ਦੀ ਰਿਮੂਵਲ, ਡਿਸਚਾਰਜ ਜਾਂ ਰਿਟਰੈਂਚਮੈਂਟ ਦੇ ਰਿਗਾਰਡਿੰਗ, ਲੇ ਆਫ ਦੇ ਰਿਗਾਰਡਿੰਗ ਕੁਛ ਇਹੋ ਜਿਹਾ ਡਿਸਪਿਊਟ ਜਿਹੜਾ ਆ ਗਿਆ ਉਹਨੂੰ ਕੀ ਆ ਅਸੀਂ ਇੰਡਸਟਰੀਅਲ ਡਿਸਪਿਊਟ ਮੰਨ ਰਹੇ ਹਾਂ, ਠੀਕ ਹੈ ਜੀ। ਨੈਕਸਟ ਪੁਆਇੰਟ ਵਿਦ ਰਿਗਾਰਡ ਟੂ ਦੀ ਟਰਮਸ ਆਫ ਇੰਪਲੋਇਮੈਂਟ। ਜਦੋਂ ਕੋਈ ਵੀ ਵਰਕਰ ਕਿਸੇ ਵੀ ਕੰਮ ਨੂੰ ਜੁਆਇਨ ਕਰਦਾ ਨਾ ਤੇ ਇੰਪਲੋਇਰ ਤੇ ਇੰਪਲੋਈ ਦੇ ਵਿੱਚ ਇੱਕ ਕੰਟਰੈਕਟ ਸਾਈਨ ਹੁੰਦਾ ਹੈਗਾ। ਉਸ ਕੰਟਰੈਕਟ ਦੇ ਵਿੱਚ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਪ੍ਰਿਸਕ੍ਰਾਈਬ ਕੀਤੀਆਂ ਹੁੰਦੀਆਂ ਨੇ ਕਿ ਟਰਮਸ ਐਂਡ ਕੰਡੀਸ਼ਨਸ ਪ੍ਰਿਸਕ੍ਰਾਈਬ ਕੀਤੀਆਂ ਹੁੰਦੀਆਂ ਕਿ ਤੁਹਾਨੂੰ ਜਿਹੜੀਆਂ ਇਹਨਾਂ ਟਰਮਸ ਤੇ ਜਿਹੜਾ ਹੈਗਾ ਇੰਪਲੋਇਮੈਂਟ ਤੇ ਰੱਖਿਆ ਜਾ ਰਿਹਾ, ਠੀਕ ਹੈ। ਅਗਰ ਉਹਦੀ ਕਿਸੇ ਕਲੌਜ਼ ਦੇ ਰਿਗਾਰਡਿੰਗ ਜਾਂ ਪ੍ਰੋਵੀਜ਼ਨ ਦੇ ਰਿਗਾਰਡਿੰਗ ਜਿਹੜਾ ਵਰਕਰ ਹੈ ਉਹਦੇ ਰਾਈਟਸ ਵਾਇਲੇਟ ਹੋਏ ਨੇ ਤਾਂ ਉਹ ਕੀ ਹੈ ਡਿਸਪਿਊਟ ਜਿਹੜਾ ਹੈਗਾ ਉਹ ਇੰਡਸਟਰੀਅਲ ਟ੍ਰਿਬਿਊਨਲ ਦੇ ਵਿੱਚ ਰੇਜ਼ ਕਰ ਸਕਦਾ, ਠੀਕ ਹੈ ਜੀ। ਦੈਨ ਕੰਡੀਸ਼ਨਸ ਆਫ ਦੀ ਲੇਬਰ ਆਫ ਐਨੀ ਪਰਸਨ ਐਂਡ ਲਾਸਟ ਇਜ਼ ਕੰਡੀਸ਼ਨਸ ਆਫ ਦੀ ਲੇਬਰ ਆਫ ਐਨੀ ਪਰਸਨ, ਠੀਕ ਹੈ ਜੀ। ਸੋ ਇਹਨਾਂ ਨੂੰ ਆਪਾਂ ਕੀ ਮੰਨ ਰਹੇ ਹਾਂ ਇੰਡਸਟਰੀਅਲ ਡਿਸਪਿਊਟ। These are the contents of the industrial dispute.
right? With regard to this, we have certain case laws. The first case is Chandrakant, Tukaram, Nikam, and others. Chandrakant, Tukaram, Nikam, and others versus Municipal Corporation of Ahmedabad and others. This, this is Chandrakant, Tukaram, Nikam, and others. Chandrakant, Tukaram, Nikam, and others versus Municipal Corporation of Ahmedabad. In this case, what happened ਕਿ ਜਿਹੜੀ municipal corporation ਸੀਗੀ ਨਾ ਇਹਦੇ ਕੋਲ ਇੱਕ ਵਰਕਰ ਕੰਮ ਕਰ ਰਿਹਾ ਸੀ one of the worker municipal corporation ਨੇ ਕੀ ਕੀਤਾ ਉਸ ਵਰਕਰ ਨੂੰ dismiss ਕਰਤਾ ਠੀਕ ਹੈ ਉਹਦੀਆਂ ਜਿਹੜੀਆਂ ਸਰਵਿਸਿਜ਼ ਉਹਨੂੰ ਉਹਦੀਆਂ ਸਰਵਿਸਿਜ਼ ਤੋਂ ਡਿਸਮਿਸ ਕਰਤਾ ਰਿਮੂਵ ਕਰ ਦਿੱਤਾ ਠੀਕ ਹੈ ਐਂਡ ਦਿਸ ਡਿਸਮਿਸਲ ਐਂਡ ਰਿਮੂਵਲ ਦੇ ਰਿਗਾਰਡਿੰਗ ਜਿਹੜਾ ਰਿਸਪੋਂਡੈਂਟ ਹੈ ਹੀ ਵੈਂਟ ਟੂ ਦੀ ਸਿਵਲ ਕੋਰਟ ਦੇ ਵਿੱਚ ਚਲਾ ਗਿਆ ਤੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਇਟ ਹੈਲਡ ਕਿ ਜਿਹੜਾ ਐਪਰੋਪਰੀਏਟ ਫੋਰਮ ਸੀਗਾ ਦੈਟ ਵਾਸ ਇੰਡਸਟਰੀਅਲ ਟ੍ਰਿਬਿਊਨਲ ਨਾਟ ਦੀ ਸਿਵਲ ਕੋਰਟ ਠੀਕ ਹੈ ਤੁਸੀਂ ਸੀਪੀਸੀ ਦੇ ਵਿੱਚ ਪੜ੍ਹਿਆ ਹੋਏਗਾ ਸੈਕਸ਼ਨ 9 ਦੇ ਵਿੱਚ ਉੱਥੇ ਲਿਖਿਆ ਹੋਇਆ ਕਿ the civil court can take the cognizance of only those suits which are of civil in nature ठीक है and if the jurisdiction of the civil court is expressly or impliedly barred ਤਾਂ ਉਸ ਕੇਸ ਦੇ ਵਿੱਚ ਜਿਹੜੀ ਸਿਵਲ ਕੋਰਟ ਹੈਗੀ ਆ ਉਹ ਉਸ ਡਿਸਪਿਊਟ ਨੂੰ ਉਸ ਸੂਟ ਨੂੰ ਨਹੀਂ ਕੰਸੀਡਰ ਕਰ ਸਕਦੀ ਠੀਕ ਹੈ ਜੀ ਤੇ ਇਸ ਕੇਸ ਵਿੱਚ ਕੀ ਹੋਇਆ ਸੀ ਕਿ ਜਿਹੜਾ ਆਰਡਰ ਆਫ ਡਿਸਮਿਸਲ ਪਾਸ ਹੋਇਆ ਸੀ ਇਸ ਮਿਊਨਿਸਪਲ ਕਾਰਪੋਰੇਸ਼ਨ ਦੇ ਵਰਕਰ ਦੇ ਖਿਲਾਫ ਉਹ ਆਪਣੇ ਆਰਡਰ ਆਫ ਡਿਸਮਿਸਲ ਨੂੰ ਲੈ ਕੇ ਇਨਸਟੈਡ ਆਫ ਗੋਇੰਗ ਟੂ ਦਿਸ ਇੰਡਸਟਰੀਅਲ ਟ੍ਰਿਬਿਊਨਲ ਹੀ ਵੈਂਟ ਟੂ ਦਿਸ ਸਿਵਲ ਕੋਰਟ ਠੀਕ ਹੈ ਜੀ ਐਂਡ ਦਿਸ ਡਿਸੀਜਨ ਵਾਸ ਚੈਲੰਜਡ ਇਨ ਦੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜਾ dismissal and removal ਹੈਗਾ ਸੀਗਾ ਇਹ it comes under industrial dispute ਠੀਕ ਹੈ ਇਹ ਵਾਲਾ ਜਿਹੜਾ ਮੈਟਰ ਹੈ ਇੰਡਸਟਰੀਅਲ ਡਿਸਪਿਊਟ ਦੇ ਅੰਦਰ ਆ ਰਿਹਾ ਇਸੇ ਕਰਕੇ ਡਿਸਪਿਊਟ ਜਿਹੜਾ ਸੀ ਉਹ ਇੰਡਸਟਰੀਅਲ ਟ੍ਰਿਬਿਊਨਲ ਵਿੱਚ ਜਾਣਾ ਚਾਹੀਦਾ ਸੀ ਨਾ ਕਿ ਸਿਵਲ ਕੋਰਟ ਦੇ ਵਿੱਚ ਜਾਣਾ ਚਾਹੀਦਾ ਸੀ ਰਾਈਟ ਦੀ ਨੈਕਸਟ ਕੇਸ ਇਜ਼ dispute relating to workman employed by the contractor ਇਹਦੇ ਵਿੱਚ ਕੀ ਹੈ ਕਿ there is a the name of the case is Standard Vacuum Company it was decided in the year Standard Vacuum Refining Company of India versus their workman and another 9060 LLJ 233 ਬੇਸਿਕ ਕੁਐਸਚਨ ਇਸ ਕੇਸ ਦੇ ਵਿੱਚ ਸੀ ਕਿ ਜੇ ਕੋਈ ਕੰਟਰੈਕਟਰ ਹੈ ਉਹ ਕਿਸੇ ਬੰਦੇ ਨੂੰ ਹਾਇਰ ਕਰ ਰਿਹਾ ਹੈ ਉਹਨੂੰ EMPLOY ਕਰ ਰਿਹਾ ਕਿ ਉਹਨਾਂ ਦੇ ਰਿਗਾਰਡਿੰਗ ਅਗਰ ਜੇ ਕੋਈ ਡਿਸਪਿਊਟ ਹੁੰਦਾ ਅਰਾਈਜ਼ ਹੁੰਦਾ ਤੇ ਉਹਨੂੰ ਅਸੀਂ ਇੰਡਸਟਰੀਅਲ ਡਿਸਪਿਊਟ ਮੰਨਾਂਗੇ ਕਿ ਨਹੀਂ ਮੰਨਾਂਗੇ the facts of this case ਕਿ ਇੱਕ ਕੰਟਰੈਕਟਰ ਹੈ ਸਟੈਂਡਰਡ ਵੈਕਿਊਮ ਕੰਪਨੀ ਹੈ ਇਹਨੇ ਕੀ ਕੀਤਾ ਐਨੂਅਲ ਕੰਟਰੈਕਟ ਲੈਂਦੀ ਸੀਗੀ ਫॉर ਦੀ ਮੇਨਟੇਨੈਂਸ ਆਫ ਦੀ ਪਲਾਂਟ ਠੀਕ ਹੈ ਤੇ ਉਹਦੇ ਲਈ ਉਹਨੂੰ ਵਰਕਰਸ ਚਾਹੀਦੇ ਸੀਗੇ ਪਹਿਲੇ ਸਾਲ ਇਹਨੇ 67 ਪਰਸਨਸ ਜਿਹੜੇ ਸੀਗੇ ਕੰਟਰੈਕਟ ਤੇ ਰੱਖੇ ਨੈਕਸਟ ਈਅਰ ਇਟ ਇੰਪਲੋਇਡ 40 ਵਰਕਮੈਨ on contractual basis ਹੁਣ ਜਿਹੜੇ contractual basis ਤੇ ਇਹਨਾਂ ਨੇ ਇਸ ਕੰਪਨੀ ਨੇ ਰੱਖੇ ਸੀ ਵਰਕਰ ਰੱਖੇ ਸੀ they were not having any kind of privilege or security of employment ਠੀਕ ਹੈ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਡਿਸਪਿਊਟ ਅਰਾਈਜ਼ ਹੋ ਗਿਆ ਉਹਨਾਂ ਨੇ ਇੰਡਸਟਰੀਅਲ ਡਿਸਪਿਊਟ ਜਿਹੜਾ ਵਰਕਰਸ ਨੇ ਰੇਜ਼ ਕੀਤਾ ਕਿ ਕਿਉਂਕਿ ਉਹਨਾਂ ਕੋਲ ਸਿਕਿਉਰਿਟੀ ਨਹੀਂ ਸੀਗੀ ਤੇ ਸੋਸ਼ਲ ਸਿਕਿਉਰਿਟੀ ਨਹੀਂ ਸੀ ਉਹਨਾਂ ਨੂੰ ਕੋਈ ਪ੍ਰਿਵਿਲੇजेस ਨਹੀਂ ਮਿਲ ਰਹੇ ਸੀਗੇ ਤੇ ਜਿਹੜਾ ਕੰਟਰੈਕਟ ਸਿਸਟਮ ਹੈ ਅਬੋਲਿਸ਼ ਕੀਤਾ ਜਾਵੇ ਤੇ ਉਹਨਾਂ ਨੂੰ ਜਿਹੜਾ ਹੈ ਰੈਗੂਲਰਾਈਜ਼ਡ ਕੀਤਾ ਜਾਵੇ ਠੀਕ ਹੈ ਜੀ
ਤੇ ਇਹ ਵਾਲਾ ਜਿਹੜਾ ਡਿਸਪਿਊਟ ਲੈ ਕੇ ਕੋਰਟ ਦੇ ਵਿੱਚ ਗਏ, ਠੀਕ ਹੈ ਜੀ। ਜਿਹੜੀ ਕੰਪਨੀ ਹੈ ਸਟੈਂਡਰਡ ਵੈਕਿਊਮ ਕੰਪਨੀ, ਇਟ ਸੈਡ ਦੈਟ ਦਿਸ ਇਜ਼ ਨਾਟ ਅ ਇੰਡਸਟਰੀਅਲ ਡਿਸਪਿਊਟ। ਕਿਉਂ? ਕਿਉਂਕਿ ਜਿਹੜਾ ਉਹ ਕਹਿੰਦੇ ਕਿ ਜਿਹੜਾ ਸਾਡੀ ਇੰਡਸਟਰੀ ਹੈ, ਸਾਡਾ ਜਿਹੜਾ ਕੰਮ ਹੈ, ਦੈਟ ਇਜ਼ ਅ ਕੰਟਰੈਕਚੁਅਲ ਵਰਕ, ਤੇ ਕੰਟਰੈਕਚੁਅਲ ਵਰਕ ਜਿਹੜਾ ਹੈ ਉਹ ਇੰਡਸਟਰੀ ਦੀ ਡੈਫੀਨੇਸ਼ਨ ਵਿੱਚ ਨਹੀਂ ਆ ਰਿਹਾ। ਇਟ ਵਾਜ਼ ਅ ਪਲੀ ਗਿਵਨ ਬਾਈ ਦੀ ਕੰਪਨੀ, ਠੀਕ ਹੈ ਜੀ। ਬਟ ਸੁਪਰੀਮ ਕੋਰਟ ਇਟ ਸੈਡ ਦੈਟ this dispute is a industrial dispute। क्यों? क्योंकि there is a substantial relation or there is a substantial dispute between the company and the workman on the question of employment of contract of labor। ठीक है। इंडस्ट्रीयल डिस्प्यूट का ਜਿਹੜਾ essential element ਹੈ ਜਿਹੜਾ ਕਿ ਰਿਗਾਰਡਿੰਗ ਦੀ employment ਇੱਥੇ ਫੁੱਲਫਿਲ ਹੋ ਰਿਹਾ, ਇਸੇ ਕਰਕੇ ਜਿਹੜਾ ਕੀ ਹੈ ਇੰਡਸਟਰੀਅਲ ਡਿਸਪਿਊਟ ਮੰਨਿਆ ਜਾਏਗਾ ਇਹਨੂੰ। ਰਾਈਟ, ਸਮਝ ਆ ਗਈ ਬੇਟਾ ਇਸ ਚੀਜ਼ ਦੀ? ਐਨੀ ਡਾਊਟ? ਜੇ ਨਹੀਂ ਸਮਝ ਆਇਆ ਮੈਨੂੰ ਪੁੱਛ ਲਓ दोबारा। बेसिक क्वेश्चन समझा दो। सीगा कौन सा वाला? चंद्रकांत तुकाराम निकम वाला, वो समझा दो एक बार। उसमें क्या था कि जो देखो बेटा मैंने ये बात बताई है कि सेक्शन 9 है हमारा सीपीसी के अंदर, आप मेरे ख्याल से सीपीसी पढ़ चुके हो, ठीक है। तो आप यू हैव गॉन थ्रू द प्रोविजंस ऑफ दिस सेक्शन 9 ऑफ सीपीसी। उसमें बेसिकली क्या है कि जो सिविल कोर्ट है, वैसे तो उसमें एक जनरल सा रूल पहले अप्लाई कर लो कि सिविल कोर्ट हैज द कॉग्निजेंस टू टेक or to take the cognizance on all the civil matters। सिविल नेचर का कोई भी सूट हो, then the civil court has the jurisdiction to entertain that suit। बट साथ ही के साथ में उसने एक एक्सेप्शन प्रोवाइड कर दी, when it is expressly, when the jurisdiction of the civil court is expressly or impliedly barred। expressly barred कब है? सिविल कोर्ट का यूरिस्डिक्शन आपने सीपीसी पढ़ी हुई है, मुझे बताओ कि उसका यूरिस्डिक्शन एक्सप्रेसली बार कब होगा? जब स्टैट्यूट में एक्सप्रेसली प्रोवाइड किया होगा कि सिविल कोर्ट इस केस को एंटरटेन नहीं करेगा। हाँ राइट, बिल्कुल। अगर स्पेशल ट्रिब्यूनल बन गए, स्पेशल कोर्ट्स बन गई, देखो इंडस्ट्रियल डिस्प्यूट जो है ना, इंडस्ट्रियल दिस इज अ इंडस्ट्रियल डिस्प्यूट एक्ट 1947। मतलब ये है कि कोई भी अगर स्पेशल कोर्ट बन गई, लेबर कोर्ट बन गई, कंज्यूमर कोर्ट बन गया, इलेक्ट्रिसिटी कोर्ट बन गई, रेवेन्यू कोर्ट बन गई, क्रिमिनल कोर्ट्स हैं हमारे पास, ठीक है। ऐसे मोटर व्हीकल क्लेम्स के रिगार्डिंग हमारे पास ट्रिब्यूनल्स हैं, ठीक है। डिफरेंट कई ऐसे सब्जेक्ट मैटर्स हैं विच डील्स विद द टेक्निकलिटी ऑफ द सब्जेक्ट मैटर, उनके रिगार्डिंग हमारे पास डिफरेंट फॉरम बन गए हैं, ठीक है। ये फॉरम क्यों बने हुए हैं? क्योंकि सिविल कोर्ट के पास इतना टाइम नहीं है, प्लस इट डज नॉट हैव दैट मच एक्सपर्टाइज कि वो हर एक चीज को डिटेल में जाके देख पाए, बिकॉज दीज आर टेक्निकल कंसेप्ट्स, ठीक है जी। तो फिर क्या है, डिफरेंट स्टैट्यूट्स बन गए, इंडक्टमेंट्स बन गई, उनमें जो है यूरिस्डिक्शन है जो स्पेशल कोर्ट्स को दे दिया गया। अब जो आपका इंडस्ट्रियल डिस्प्यूट एक्ट बना है, इसके अंदर जो देयर इज एस्टैब्लिशमेंट ऑफ इंडस्ट्रियल ट्रिब्यूनल। कहने का मतलब ये है कि अगर कोई इंडस्ट्रियल डिस्प्यूट, जो मैंने अभी डेफिनेशन बताई है, अगर ऐसा कोई डिस्प्यूट आ रहा है तो द एग्रीव्ड पर्सन इंस्टेड ऑफ गोइंग टू द सिविल कोर्ट मस्ट अप्रोच द इंडस्ट्रियल ट्रिब्यूनल नॉर द सिविल कोर्ट। ठीक है, अब समझ आ रही है बात? ठीक है। यहाँ पे क्या हो गया कि जब स्पेशल एनेक्टमेंट बन गई, स्पेशल लॉ बन गया, स्पेशल स्टैट्यूट बन गया, तो सिविल कोर्ट का जो यूरिस्डिक्शन है उसको एक्सप्रेसली बार कर दिया गया कि अब सिविल कोर्ट के पास राइट नहीं है, यूरिस्डिक्शन नहीं है कि उस मैटर को एंटरटेन करे। कंज्यूमर रिलेटेड कुछ भी प्रॉब्लम है तो आप कंज्यूमर कोर्ट में जाओगे ना, सिविल कोर्ट का यूरिस्डिक्शन वहां पे बार हो गया, राइट। अगर फैमिली मैटर्स हैं, फैमिली जहां पे फैमिली कोर्ट्स एस्टैब्लिश हो गई हैं जहां पे हैं, तो वहां पे फैमिली कोर्ट के पास राइट है उस मैटर को डिसाइड करने का, ठीक है जी। ऐसे अगर रेवेन्यू कोर्ट है, रेवेन्यू कोर्ट के पास प्रॉपर्टी के रिलेटेड जो है आपके कन्फ्लिक्ट्स हैं, ठीक है, उनको रेवेन्यू के रिगार्डिंग कोई कन्फ्लिक्ट्स है, वो रेवेन्यू कोर्ट के पास है राइट उसको एंटरटेन करने का, उसके रिगार्डिंग आप सिविल कोर्ट में नहीं जा सकते। मोटर व्हीकल का क्लेम है, अगर कुछ भी है तो उसके रिगार्डिंग आप सिविल कोर्ट में नहीं जाओगे, आप क्या जाओगे, मोटर व्हीकल ट्रिब्यूनल में जाओगे,
जो स्पेशल ट्रिब्यूनल और फॉरम बनी है, आप वहां पे जाओगे। ऐसे ही जो मैं अभी हमने स्टार्ट किया है लेबर लॉ में इंडस्ट्रियल डिस्प्यूट एक्ट, इसके अंडर ही जो इंडस्ट्री में जो काम कर रहे हैं लोग, वर्कर्स काम कर रहे हैं, एम्प्लॉयर और एम्प्लॉयर का आपस में झगड़ा है, वर्कमैन वर्कमैन का आपस में झगड़ा है, एम्प्लॉयर और वर्कमैन का आपस में डिस्प्यूट है। डिस्प्यूट किस हिसाब का डिस्प्यूट है वो भी डेफिनेशन में मैंने बता दिया आपको। रिगार्डिंग द एम्प्लॉयमेंट हो सकता है, एम्प्लॉयमेंट नॉन एम्प्लॉयमेंट हो सकता है, ये चीजें ठीक है। रिगार्डिंग द टर्म्स ऑफ एम्प्लॉयमेंट हो सकता है। ऐसा कुछ भी डिस्प्यूट है तो उसके लिए आप सिविल कोर्ट में नहीं जाओगे। आप कहाँ जाओगे? एग्रीव्ड पार्टी कहाँ जाएगी? वो जाएगी इंडस्ट्रियल ट्रिब्यूनल में जाएगी, क्योंकि इस एक्ट के अंडर इंडस्ट्रियल ट्रिब्यूनल की एस्टेब्लिशमेंट के रिगार्डिंग पर्टिकुलर प्रोविजंस प्रोवाइड कर दी गई हैं। जब स्पेशल लॉ बन जाता है तो प्रोविजंस ऑफ द स्पेशल लॉ प्रिवेल, जनरल लॉ वहां पे प्रिवेल नहीं करता। ठीक है, अब समझ आया आपको? ठीक है जी। तो इस केस में क्या था कि जो इंसान है म्यूनिसिपल कॉर्पोरेशन में जो वर्कर काम कर रहा था उसको कॉर्पोरेशन ने डिसमिस कर दिया था। वो इसको लेके, इस मैटर को लेके कोर्ट में चला गया, सिविल कोर्ट में चला गया। ठीक है जी। तो उसकी ऑब्जेक्शन की म्यूनिसिपल कॉर्पोरेशन के, ये सिविल कोर्ट में गया है इंसान। ठीक है, दिस इज अ इंडस्ट्रियल डिस्प्यूट। ठीक है, तो सुप्रीम कोर्ट ने यहाँ इसने सुप्रीम कोर्ट ने ये हेल्ड किया कि यहाँ पे सिविल कोर्ट है उसका यूरिस्डिक्शन बार हो जाता है, क्योंकि दिस इज अ इंडस्ट्रियल डिस्प्यूट। दिस मैटर विल बी डेल्ट बाय द इंडस्ट्रियल ट्रिब्यूनल नॉर बाय द सिविल कोर्ट। राइट? अब समझ आ गई बात? ये आपको ये केस ज्यादा समझ आना चाहिए था क्योंकि आपने सीपीसी पढ़ लिया हुआ है। राइट? ये हो गया आपका। नेक्स्ट है जी आपके पास यस, इंडिविजुअल डिस्प्यूट एंड इंडस्ट्रियल डिस्प्यूट। क्या जो इंडिविजुअली अगर कोई वर्कर है उसका कोई अपना कुछ डिस्प्यूट है, क्या उसको हम इंडस्ट्रियल डिस्प्यूट कंसीडर करेंगे? कहने का मतलब ये है कि whether a single workman who is aggrieved by the action of the employer can raise industrial dispute. ठीक है, इसके रिगार्डिंग वी हैव अ केस लॉ that is Jagdish Narayan Sharma and another versus Rajasthan. Jagdish Narayan Sharma and another versus Rajasthan Patrika Limited. This case was in the year 1994. This was decided in the year 1994. Second LLJ मैम दोबारा 600 बोलना केस का नाम। Jagdish Narayan Sharma and another versus Rajasthan Patrika Limited and another. In this case, the matter was that there was a workman, he wanted to get himself transferred to the another establishment. ठीक है जी। ਸੋ ਜਿਹੜਾ ਐਸਟੈਬਲਿਸ਼ਮੈਂਟ ਸੀ ਜਿੱਥੇ ਉਹ ਕੰਮ ਕਰ ਰਿਹਾ ਸੀ ਉਹਨੂੰ ਟ੍ਰਾਂਸਫਰ ਨਹੀਂ ਕਰ ਰਹੀ ਸੀ। ਠੀਕ ਹੈ, ਸੋ ਦੀ ਮੈਟਰ ਵਾਸ ਕਿ ਉਹਦੀ ਟ੍ਰਾਂਸਫਰ ਦੇ ਰਿਗਾਰਡਿੰਗ ਮੈਟਰ ਸੀਗਾ ਕਿ ਉਹਦੀ ਜਿਹੜੀ ਵਰਕਰ ਦੀ ਟ੍ਰਾਂਸਫਰ ਦੇ ਰਿਗਾਰਡਿੰਗ ਮੈਟਰ ਹੈ ਦੈਟ ਸ਼ੁੱਡ ਬੀ ਕੰਸੀਡਰਡ ਐਜ਼ ਅ ਇੰਡਸਟਰੀਅਲ ਡਿਸਪਿਊਟ ਔਰ ਨੋਟ। The court in this case held that if this matter is supported by the union of workmen or by the substantial number of workmen employed in the industry, then it will be an industrial dispute. कहने का मतलब है कि ਜਦੋਂ ਕੋਈ ਇੰਡੀਵਿਜੂਅਲ ਵਰਕਰ ਹੈ ਉਹਦਾ ਇੰਡੀਵਿਜੂਅਲੀ ਕੋਈ ਇੰਟਰਸਟ ਹੈ ਉਹਦੇ ਰਿਗਾਰਡਿੰਗ ਉਹਨੂੰ ਜਸਟਿਸ ਨਹੀਂ ਮਿਲ ਰਿਹਾ, ਮੀਨਸ ਕਿ ਇੱਥੇ ਜਿਹੜੀ ਟ੍ਰਾਂਸਫਰ ਦੇ ਰਿਗਾਰਡਿੰਗ ਡਿਸਪਿਊਟ ਹੈ ਕਿ ਉਹ ਬੰਦਾ ਕਹਿੰਦਾ ਮੈਨੂੰ ਉੱਥੇ ਟ੍ਰਾਂਸਫਰ ਕਰ ਦਿੱਤਾ ਜਾਵੇ ਤੇ ਕੰਪਨੀ ਉਹਨੂੰ ਟ੍ਰਾਂਸਫਰ ਨਹੀਂ ਕਰ ਰਹੀ, ਇੰਡਸਟਰੀ ਉਹਨੂੰ ਟ੍ਰਾਂਸਫਰ ਨਹੀਂ ਕਰ ਰਹੀ। ਠੀਕ ਹੈ, ਉਹ ਆਪਣੀ ਕਿਸੇ ਸਬਸਿਡਰੀ ਬ੍ਰਾਂਚ ਵਿੱਚ ਉਹ ਕਹਿ ਰਿਹਾ ਹੋਣਾ ਕਿ ਮੈਨੂੰ ਉੱਥੇ ਟ੍ਰਾਂਸਫਰ ਕਰ ਦਿੱਤਾ ਜਾਵੇ, ਕੰਪਨੀ ਉਹਨੂੰ ਆਪਣੀ ਸਬਸਿਡਰੀ ਬ੍ਰਾਂਚ ਦੇ ਵਿੱਚ ਟ੍ਰਾਂਸਫਰ ਨਹੀਂ ਕਰ ਰਹੀ। ਠੀਕ ਹੈ, ਹੁਣ ਇੱਥੇ ਕੀ ਹੈ ਉਹਦਾ ਪਰਸਨਲ ਇੰਟਰਸਟ ਹੈ, ਬਾਕੀ ਸਾਰਿਆਂ ਦਾ ਇੰਟਰਸਟ ਤਾਂ ਨਹੀਂ ਨਾ ਹੈਗਾ ਵਰਕਰਸ ਦਾ।
ठीक है। बट इत्थे कोर्ट ने ये कहा कि अगर जे वो इंडिविजुअल इंसान है ओदा जे वो डिस्प्यूट दैट डिस्प्यूट इज सपोर्टेड बाय द अदर वर्कमैन ऑफ द कंपनी दिस इंडस्ट्री देन इट विल बी कंसिडर्ड एज अ इंडस्ट्रियल डिस्प्यूट, right? We have a provision with regard to this. Section 2A of the Act. Section 2A of the Act is it says industrial dispute could not per se be industrial dispute. Sorry, individual dispute per se could not be an industrial dispute. But if it is taken up by the trade union and a number of workmen, then it will be an industrial dispute. ਅਗਰ ਬਾਕੀ ਦੇ ਕੋ ਵਰਕਰਸ ਉਹਨੂੰ ਸਪੋਰਟ ਕਰ ਰਹੇ ਨੇ ਉਹਦੇ ਇਸ ਰਾਈਟ ਨੂੰ ਦੈਨ ਇਟ ਕੈਨ ਬੀ ਅ ਇੰਡਸਟਰੀਅਲ ਡਿਸਪਿਊਟ ਰਾਈਟ। ਬੇਟਾ ਇਹ ਵਾਲੀ ਡੈਫੀਨੇਸ਼ਨ ਵਿੱਚੋਂ ਜਿਹੜੇ ਮੈਨੂੰ ਇੰਪੋਰਟੈਂਟ ਲੱਗੇ ਕੇਸਿਸ ਮੈਂ ਤੁਹਾਨੂੰ ਜਿਹੜੇ ਹੈਗੇ ਨੇ ਉਹ ਦੱਸ ਦਿੱਤੇ ਨੇ, ਤਿੰਨ ਚਾਰ ਮੈਂ ਆਈ ਗੈਸ ਤਿੰਨ ਜਾਂ ਚਾਰ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਹੈ ਨਾ। ਐਂਡ ਦੈਟ ਵਿਲ ਬੀ ਸਫੀਸ਼ੀਐਂਟ। ਇਹ ਤੁਸੀਂ ਇਹਨੂੰ 6 ਜਾਂ ਜਿੰਨੇ ਵੀ ਮਾਰਕਸ ਵਾਲਾ ਤੁਹਾਡਾ ਕੁਐਸਚਨ ਆ ਨਾ ਉਸ ਹਿਸਾਬ ਨਾਲ ਜਿਹੜਾ ਹੈਗਾ ਇਹਨੂੰ ਰੈਡੀ ਕਰ ਲਿਓ, ਕੰਪੇਅਰ ਕਰ ਲਿਓ, ਰਾਈਟ। ਠੀਕ ਹੈ ਜੀ। ਨੈਕਸਟ ਡੈਫੀਨੇਸ਼ਨ ਮੈਂ ਤੁਹਾਨੂੰ ਨੈਕਸਟ ਲੈਕਚਰ ਕਰਵਾ ਦੇਵਾਂਗੀ। ਇੱਕ ਰਹਿ ਗਈ ਆਪਣੀ ਡੈਫੀਨੇਸ਼ਨ ਵਿਦ ਇਹਦੀਆਂ ਪ੍ਰੋਵੀਜ਼ਨਸ, ਉਹ ਮੈਂ ਨੈਕਸਟ ਲੈਕਚਰ ਦੇ ਵਿੱਚ ਤੁਹਾਨੂੰ ਕਰਵਾ ਦਾਂਗੀ।